ਵਾਹਿਗੁਰੂ ਸਾਹਿਬ ਜੀਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਚਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸਿਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸ ਨੋ ਦੇ 부ਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਸਰਵਰੇ ਕਾਇਨਾਤ ਦੇ ਮਾਲਕ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਬੇਅੰਤ ਕਿਰਪਾ ਕੀਤੀ ਹੈ। ਸੰਸਾਰ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਤਿਗੁਰ ਕੀ ਪਾਵਨ ਅੰਮ੍ਰਿਤ ਗੋਦ ਵਿੱਚ ਬੈਠ ਕੇ ਆਪ ਜੀ ਆਪਣੇ ਜੀਵਨ ਦੇ ਇਸ ਸਮੇਂ ਨੂੰ ਅਮੋਲਕ ਬਣਾ ਰਹੇ ਹੋ। ਅੰਮ੍ਰਿਤ ਬਾਣੀ ਦੇ ਅੰਦਰੋਂ ਬੜੇ ਪਿਆਰ ਬੜੀ ਇਕਾਗਰਤਾ ਨਾਲ ਆਪ ਜੀ ਕੀਰਤਨ ਸਰਵਨ ਕਰ ਰਹੇ ਸੋ। ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਬਾਣੀ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਜੀ ਇਹਨਾਂ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ। ਵਿਚਾਰ ਅਧੀਨ ਇਹ ਪਾਵਨ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅੰਗ 920 ਉੱਤੇ ਸੁਭਾਈਮਾਨ ਹੈ ਔਰ 25 ਨੰਬਰ ਇਹ ਪੌੜੀ ਹੈ। ਆਓ ਆਪ ਜਿਤਨੇ ਧੰਨ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਸਾਧ ਸੰਗਤ ਜੀ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਬਖਸ਼ੋ ਆਪਣੀ ਅਸੀਸ, ਤਾਂ ਕਿ ਆਪ ਸੰਗਤ ਦੀ ਅਸੀਸ ਦੇ ਨਾਲ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਦੇ ਸਮਕਸ਼, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਰੂਪ ਵਿੱਚ ਦਾਸ ਇਸ ਸ਼ਬਦ ਨੂੰ ਵਿਚਾਰ ਰੂਪ ਦੇ ਵਿੱਚ ਸਾਂਝਾ ਕਰ ਸਕੇ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰ ਦੇ ਅੰਮ੍ਰਿਤ ਉਪਦੇਸ਼ ਨੂੰ, ਸ਼ਬਦ ਨੂੰ, ਉਸ ਪਰਮਾਤਮਾ ਦੀ ਅਮੋਲਕ ਦਾਤ ਕਹਿ ਕੇ ਉਹਨਾਂ ਹਿਰਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਹਿਰਦਿਆਂ ਦੇ ਅੰਦਰ ਇਹ ਅਮੋਲਕ ਦਾਤ ਸਮਾ ਜਾਂਦੀ ਹੈ। ਜਿਸ ਹਿਰਦੇ ਵਿੱਚ ਇਹ ਅਮੋਲਕ ਦਾਤ ਟਿਕ ਜਾਏ, ਉਹ ਹਿਰਦਾ ਵੀ ਅਮੋਲਕ ਹੋ ਜਾਂਦਾ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਆਪ ਰੋਜ਼ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਪੜ੍ਹਦੇ ਵੀ ਹੋ। ਸਭ ਕਹਿੰਦੇ ਨੇ ਪ੍ਰਮਾਤਮਾ ਦੇ ਗੁਣ ਅਮੁੱਲ ਨੇ। ਦੁਨੀਆ ਦੀ ਹਰ ਚੀਜ਼, ਹਰ ਪਦਾਰਥ, ਹਰ ਵਸਤੂ ਦੀ ਕੋਈ ਨਾ ਕੋਈ ਕੀਮਤ ਹੈ, ਪਰ ਪ੍ਰਮਾਤਮਾ ਦਾ ਨਾਮ ਅਮੋਲਕ ਹੈ। ਇਹਦੀ ਕੋਈ ਕੀਮਤ ਦਿੱਤੀ ਨਹੀਂ ਜਾ ਸਕਦੀ। ਔਰ ਜਿਹੜੇ ਇਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ, ਇਹਨਾਂ ਗੁਣਾਂ ਨੂੰ ਵਿਹਾਜਣ ਵਾਲੇ ਨੇ, ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਵਿਹਾਜਿਆ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਵੀ ਅਮੁੱਲ ਬਣ ਜਾਂਦੇ ਨੇ। ਉਹ ਖਜ਼ਾਨੇ, ਜਿਨ੍ਹਾਂ ਖਜ਼ਾਨਿਆਂ ਦੇ ਵਿੱਚ ਇਹ ਦਾਤ ਪੈ ਜਾਏ, ਭਾਵ ਮਤ ਰੂਪੀ, ਜਿੰਦੇ ਅੰਦਰ ਇਹ ਵਸਤੂ ਸਮਾਈ ਜਾਂਦੀ ਹੈ, ਸਮਾ ਜਾਂਦੀ ਹੈ, ਟਿਕਦੀ ਹੈ, ਉਹ ਵੀ ਅਮੋਲਕ ਹੋ ਜਾਂਦੀ ਹੈ। ਕਿਉਂਕਿ ਸਤਿਗੁਰ ਦੇ ਇਹ ਗੁਣ, ਇਹ ਦਾਤ ਅਮੋਲਕ ਹੈ, ਇਹਦਾ ਕੋਈ ਮੁੱਲ ਨਹੀਂ। ਇਹ ਬਚਨ ਆਪ ਰੋਜ਼ ਪਾਵਨ ਜਪਜੀ ਸਾਹਿਬ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹੋ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇਂ, ਅਮੁੱਲ ਲੈ ਜਾਹੇ, ਅਮੁੱਲਾ ਪਾਏ, ਅਮੁੱਲ ਸਮਾਹੇ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ। ਇਹ ਮਾਲਕ ਦੀ ਬਖਸ਼ਿਸ਼ ਨਾਲ ਜਿਹਨੂੰ ਦਾਤ ਮਿਲ ਜਾਏ, ਸਭ ਕਹਿੰਦੇ ਨੇ ਉਹ ਹਿਰਦੇ ਕੀਮਤੀ ਹੋ ਜਾਂਦੇ ਨੇ। ਅੱਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਇੱਕ ਕੀਮਤੀ ਰਤਨ ਦੀ ਤਰ੍ਹਾਂ ਹੈ। ਜਿਵੇਂ ਇੱਕ ਸੰਸਾਰਿਕ ਰਤਨ ਜਾਂ ਹੀਰੇ ਦੀ ਕੀਮਤ ਬਾਜ਼ਾਰ ਦੇ ਵਿੱਚ ਹੈ, ਉਸ ਨੂੰ ਅਮੋਲਕ ਕਹਿ ਕੇ ਉਹਨੂੰ ਸਮਾਜ, ਸੰਸਾਰ ਵਿੱਚ ਉਹਦੀ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ। ਆਮ ਵਸਤੂਆਂ ਬਾਜ਼ਾਰ ਦੇ ਅੰਦਰੋਂ ਕਿਸੇ ਵੀ ਥਾਂ ਤੋਂ ਖਰੀਦੀਆਂ ਜਾ ਸਕਦੀਆਂ ਨੇ, ਪਰ ਜਿਹੜੇ ਕੀਮਤੀ ਰਤਨ ਹੁੰਦੇ ਨੇ, ਕੀਮਤੀ ਹੀਰੇ ਜਵਾਹਰਾਤ ਹੁੰਦੇ ਨੇ, ਉਹ ਕਿਸੇ ਜੋਰੀ ਦੀ ਦੁਕਾਨ ਦੇ ਅੰਦਰ, ਕਿਸੇ ਲੋਕਰ ਦੇ ਅੰਦਰ ਹੀ ਰੱਖੇ ਜਾਂਦੇ ਨੇ। ਉਹਨਾਂ ਨੂੰ ਆਮ ਬਾਜ਼ਾਰ ਦੀਆਂ ਦੁਕਾਨਾਂ ਦੀ ਤਰ੍ਹਾਂ ਨੁਮਾਇਸ਼ ਵਿੱਚ ਨਹੀਂ ਰੱਖਿਆ ਜਾਂਦਾ। ਸਭ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਦਾ ਸ਼ਬਦ ਕੀਮਤੀ ਰਤਨ ਹੈ। ਇਹ ਇੱਕ ਇੱਕ ਦਾਤ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਗੁਣ ਹੀਰਿਆਂ ਦੀ ਤਰ੍ਹਾਂ ਨੇ, ਤੇ ਜਿਸ ਹਿਰਦੇ ਵਿੱਚ ਇਹ ਹੀਰੇ ਜੜੇ ਜਾਣ, ਜਿਸ ਹਿਰਦੇ ਵਿੱਚ ਇਹ ਗੁਣ ਸਮਾ ਜਾਂਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਹਿਰਦਾ ਵੀ ਅਮੋਲਕ ਹੋ ਜਾਂਦਾ ਹੈ। ਸਤਿਗੁਰ ਦੇ ਅੰਦਰ ਬਹੁਤ ਬਖਸ਼ਿਸ਼ਾਂ ਨੇ। ਵੇਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦੇ ਆਪਾਂ ਇਹ ਅਮੋਲਕ ਬਚਨ ਅੱਜ ਸਾਂਝੇ ਕਰ ਰਹੇ ਹਾਂ। ਜਿਸ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਖਿੱਚ ਪੈਦਾ ਹੁੰਦੀ ਹੈ। ਉਹਨਾਂ ਨੇ ਅੰਮ੍ਰਿਤ ਬਾਣੀ ਦੇ ਅੰਦਰੋਂ ਇੱਕੋ ਹੀ ਸ਼ਬਦ ਸਰਵਣ ਕੀਤਾ ਸੀ, ਤੇ ਉਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਨ ਕਿ ਗੁਰੂ ਉਹ ਦਾਤਾਂ ਦਾ ਖਜ਼ਾਨਾ ਹੈ, ਗੁਰੂ ਉਹ ਬਖਸ਼ਿਸ਼ਾਂ ਵਰਤਾਨ ਵਾਲਾ ਹੈ, ਜਿਨਦੇ ਚਰਨਾਂ ਦੇ ਵਿੱਚ ਮਨੂਰ ਦੀ ਤਰ੍ਹਾਂ ਅੱਤ ਦਾ ਹਿਰਦੇ ਤੋਂ ਕਾਲਾ ਹੋਇਆ, ਵਿਕਾਰਾਂ ਨਾਲ ਭਰਿਆ ਹੋਇਆ ਮਨੁੱਖ ਵੀ ਆ ਜਾਏ ਤੇ ਗੁਰੂ ਕਿਰਪਾ ਕਰਦਾ ਹੈ ਉਸ ਮਨੂਰ ਹੋਏ ਹਿਰਦੇ ਨੂੰ, ਕਾਲੇ ਹੋਏ ਹਿਰਦੇ ਨੂੰ, ਜਨਮਾਂ ਜਨਮਾਂ ਤੋਂ ਵਿਛੜੇ ਹਿਰਦੇ ਨੂੰ, ਜਿਹਨੂੰ ਸਾਹਿਬ ਦੀ ਬਾਣੀ ਕਹਿੰਦੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆ। ਇਹ ਕੋਈ ਇੱਕ ਅੱਧੇ ਸਾਲ ਸਮੇਂ ਜਾਂ ਵਕਤ ਦੀ ਗੱਲ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਝਾਤ ਮਾਰ, ਜਿਸ ਦਿਨ ਤੂੰ ਇਸ ਅਮੋਲਕ ਦਾਤ ਨਾਲ ਜੁੜੇਗਾ, ਉਸ ਦਿਨ ਤੈਨੂੰ ਸਮਝ ਆ ਜਾਏਗੀ ਵੀ ਮੈਂ ਮਾਲਕ ਤੋਂ ਇਸ ਜਨਮ ਦਾ ਹੀ ਨਹੀਂ,
पता नहीं कितने को जन्म ऐसे लंघ गए ने कि हे मेरे सतगुर, मैं तेरे ਅੰਮ੍ਰਿਤ ਗੁਣਾਂ ਦੇ ਨਾਲੋਂ ਟੁੱਟਿਆ ਹੋਇਆ ਤੇ ਵਿਛੜਿਆ ਹੋਇਆ। ਬਾਣੀ ਦੇ ਅਮੋਲਕ ਬਚਨ ਆਪ ਬਹੁਤ ਵਾਰੀ ਪੜ੍ਹਦੇ ਹੋ। ਬਾਬਾ ਰਵਿਦਾਸ ਜੀ ਕਹਿੰਦੇ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਸਤਿਗੁਰ ਬੜੇ ਜਨਮ ਹੋ ਗਏ ਨੇ ਵਿਛੜਿਆ, ਇਹ ਜਨਮ ਸਮਝ ਆ ਗਈ ਹੈ ਤੇ ਮੈਂ ਇਹ ਜਨਮ ਤੇਰੇ ਲੇਖੇ ਵਿੱਚ, ਤੇਰੇ ਚਰਨਾਂ ਵਿੱਚ ਲਾ ਦਿੱਤਾ ਹੈ। ਲੇਖੇ ਵਿੱਚ ਲਾਣ ਦਾ ਮਤਲਬ ਹੈ ਤੇਰੇ ਹੁਕਮ ਵਿੱਚ ਚੱਲਣਾ। ਇਹ ਜਨਮ ਮੈਂ ਤੇਰੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਹੈ। ਇਸ ਜਨਮ ਮੈਂ ਤੇਰੇ ਹੁਕਮ ਤੋਂ ਬਾਹਰ ਕੋਈ ਕਰਮ ਨਹੀਂ ਕਰਨਾ। ਜਿਸ ਦਿਨ ਸਿੱਖ ਦੇ ਅੰਦਰ ਭਾਵਨਾ ਐਸੀ ਬਣ ਜਾਏ, ਉਸ ਦਿਨ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਇਹਨੂੰ ਮਾਲਕ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਨ ਤੋਂ ਰੋਕ ਲਏ। ਕਿਉਂਕਿ ਜਿਹੜੇ ਬੰਧਨ ਨੇ ਉਹਨਾਂ ਨੂੰ ਸਿੱਖ ਨੇ ਤੋੜ ਦਿੱਤਾ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ, ਸਭ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਭਇਆ ਮਨੂਰ ਕੰਚਨ ਫਿਰ ਹੋਵੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣੇ। ਅਖੀਰਲੀਆਂ ਪੰਕਤੀਆਂ ਸਨ, ਇਹ ਸੂਹੀ ਰਾਗ ਦਾ ਸ਼ਬਦ ਹੈ। ਤੇ ਬਾਬਾ ਨਾਨਕ ਜੀ ਕਹਿੰਦੇ ਨੇ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾ। ਜੇ ਇਹੋ ਜਿਹਾ ਗੁਰੂ ਮਿਲ ਜਾਏ, ਜਿਸ ਗੁਰੂ ਦੇ ਕੋਲੋਂ ਇੰਨੀ ਸਮਰੱਥਾ ਹੈ, ਇੰਨੀ ਤਾਕਤ, ਇੰਨਾ ਬਲ ਹੈ ਕਿ ਮਨੂਰ ਵਰਗੇ ਹਿਰਦੇ ਨੂੰ ਵੀ ਉਹ ਸੋਨੇ ਵਰਗਾ ਖਰਾ ਬਣਾ ਦੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾ। ਏਕ ਨਾਮ ਅੰਮ੍ਰਿਤ ਉਹਦੇ ਹੈ। ਜਦੋਂ ਉਹ ਆਪਣਾ ਇੱਕ ਅੰਮ੍ਰਿਤ ਵਰਗਾ ਨਾਮ ਹਿਰਦੇ ਵਿੱਚ ਟਿਕਾ ਦਿੰਦਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਨੇ, ਜੇ ਏਕ ਨਾਮ ਅੰਮ੍ਰਿਤ ਉਹਦੇ ਹੈ, ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਫਿਰ ਇਸ ਦੇਹ ਦੀ ਜਿਹੜੀ ਤ੍ਰਿਪਤੀ ਹੈ ਉਹ ਹੋ ਜਾਂਦੀ ਹੈ। ਪਾਠ ਸਾਹਿਬਾਨਾਂ ਦਾ ਆਪ ਜੀ ਇੱਕ ਬਚਨ ਪੜ੍ਹਦੇ ਹੋ। ਸਿਰਫ ਮੇਰੇ ਕਹਿਣ ਦਾ ਭਾਵ ਹੈ ਵੀ ਗੁਰੂ ਕਾ ਸ਼ਬਦ ਕੀਮਤੀ ਰਤਨ ਹੈ। ਜਿਸ ਹਿਰਦੇ ਵਿੱਚ ਇਹ ਟਿਕ ਜਾਏ, ਉਹ ਹਿਰਦਾ ਕਿਵੇਂ ਅਮੋਲਕ ਹੁੰਦਾ ਹੈ। ਪਾਠ ਸਾਹਿਬਾਨ ਜੀ ਕਹਿੰਦੇ ਨੇ, ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਜਦੋਂ ਕੋਈ ਗੁਰੂ ਦੇ ਸ਼ਬਦ ਨੂੰ ਆਪਣੇ ਕੰਨਾਂ ਨਾਲ ਸੁਣਦਾ ਹੈ, ਕੱਚੋਂ ਦਾ ਭਾਵ ਹੈ ਕੱਚ। ਕੱਚ ਦੀ ਕੋਈ ਕੀਮਤ ਨਹੀਂ। ਇਹ ਗੱਲ ਚੇਤੇ ਰੱਖਿਓ, ਕੱਚ ਬਾਜ਼ਾਰ ਵਿੱਚੋਂ ਖਰੀਦਿਆ ਜਾਏ, ਉਹਦੀ ਕੁਝ ਕੀਮਤ ਹੈ, ਪਰ ਜਿਸ ਦਿਨ ਕੱਚ ਲਿਆਂਦਾ ਬਾਜ਼ਾਰ ਵਿੱਚੋਂ, ਭਾਵੇਂ ਬੰਦੇ ਨੇ ਹਜ਼ਾਰਾਂ ਰੁਪਏ ਖਰਚ ਕੇ ਘਰ ਲਿਆਂਦਾ ਹੋਵੇ, ਘਰ ਆਂਦਿਆਂ ਨਾਲ ਟੁੱਟ ਜਾਏ, ਉਸ ਕੱਚ ਦੀ ਕੋਈ ਕੀਮਤ ਨਹੀਂ, ਉਹ ਕਬਾੜ ਵਿੱਚ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਭੱਟ ਜੀ ਕਹਿੰਦੇ ਨੇ, ਕੰਚਨ ਗੁਰੂ ਸੋਨੇ ਵਰਗਾ ਖਰਾ ਬਣਾ ਦਿੰਦਾ ਉਸ ਹਿਰਦੇ ਨੂੰ ਜਿਹੜਾ ਕੱਚ ਦੀ ਤਰ੍ਹਾਂ ਹੋਵੇ। ਕੱਚੋਂ ਕੰਚਨ ਭਇਓ, ਕੱਚ ਤੋਂ ਕੰਚਨ ਸੋਨਾ ਬਣਾ ਦਿੰਦਾ ਗੁਰੂ, ਖਰਾ ਬਣਾ ਦਿੰਦਾ ਗੁਰੂ। ਪਾਪ ਉਸ ਹਿਰਦੇ ਦੇ ਅੰਦਰ ਆਪਣੀ ਇੰਨੀ ਅਮੋਲਕ ਦਾਤ, ਗੁਣਾਂ ਦੀ ਦਾਤ ਅੰਦਰ ਟਿਕਾ ਦਿੰਦਾ ਹੈ। ਕੱਚ ਵਰਗਾ ਜਿਹੜਾ ਬੰਦਾ ਸੀ, ਜਿਹੜਾ ਆਪ ਕੋਈ ਕੀਮਤ ਨਹੀਂ ਸੀ ਰੱਖਦਾ, ਤੇ ਸੱਚ ਇਹ ਹੈ ਗੁਰੂ ਕਿਰਪਾ ਕਰਕੇ ਉਸ ਕੱਚ ਵਰਗੇ ਨੂੰ ਸੋਨੇ ਵਰਗਾ ਕੀਮਤੀ ਬਣਾ ਦਿੰਦਾ ਹੈ, ਜਿੰਦੀ ਸੰਸਾਰ ਵਿੱਚ ਭੱਜਣ ਤੋਂ ਬਾਅਦ, ਟੁੱਟਣ ਤੋਂ ਬਾਅਦ ਵੀ ਕਦੀ ਕੀਮਤ ਘਟਦੀ ਨਹੀਂ। ਮੈਂ ਇਸ ਕਰਕੇ ਦ੍ਰਿਸ਼ਟਾਂਤ ਦੇ ਰਿਹਾ ਸਾਧ ਸੰਗਤ ਜੀ। ਸੱਚ ਇਹ ਵੀ ਵੇਖੋ, ਕੱਚ ਉਹ ਬੇਸ਼ੱਕ ਜਿੰਨੀ ਦੇਰ ਤੱਕ ਸਾਬੁਤ ਹੈ ਉਹਦੀ ਕੀਮਤ ਹੈ, ਪਰ ਜਿੱਦਣ ਟੁੱਟ ਜਾਏ ਉਦੋਂ ਉਹਦੀ ਕੋਈ ਕੀਮਤ ਨਹੀਂ। ਬਾਬਾ ਜੀ ਭੱਟ ਸਾਹਿਬਾਨ ਕਹਿੰਦੇ ਨੇ, ਬੰਦਾ ਸੰਸਾਰ ਦੇ ਅੰਦਰ ਮਾੜੇ ਕਰਮ ਕਰਕੇ, ਸੰਸਾਰ ਦੇ ਅੰਦਰ ਮਾੜੇ ਕਰਮਾਂ ਨੂੰ ਤਰਜੀਹ ਦੇ ਕੇ ਬੇਸ਼ੱਕ ਲੱਖਾਂ ਅਰਬਾਂ ਖਰਬਾਂ ਪਤੀ ਬਣ ਜਾਏ, ਉਹ ਆਖੇ ਵੇਖੋ ਮੇਰੀ ਸਮਾਜ ਵਿੱਚ ਕਿੰਨੀ ਕੀਮਤ ਹੈ, ਪਰ ਸੱਚ ਹੈ ਜਿੱਦਣ ਉਹਦਾ ਸਰੀਰ ਰੂਪੀ ਭਾਂਡਾ ਭੱਜਦਾ ਹੈ, ਉਹਦੀ ਕੀਮਤ ਕੁਝ ਵੀ ਸੰਸਾਰ ਵਿੱਚ ਨਹੀਂ ਰਹਿ ਜਾਂਦੀ। ਸੱਚ ਇਹ ਹੈ, ਸਿਕੰਦਰ ਉਹਨੇ ਸਮੁੱਚੀ ਦੁਨੀਆ ਨੂੰ ਜਿੱਤਿਆ, ਸਾਰੇ ਸੰਸਾਰ ਨੂੰ ਉਹਨੇ ਜਿੱਤਿਆ, ਪਰ ਜਿਸ ਦਿਨ ਉਹਦੀ ਮੌਤ ਨੇੜੇ ਆ ਗਈ, ਉਹਨੇ 2-3 ਗੱਲਾਂ ਬੜੀਆਂ ਪਿਆਰੀਆਂ ਕਹੀਆਂ। ਮਰਨ ਕਿਨਾਰੇ ਪਿਆ ਹੈ, ਆਪਣੇ 4 ਚੁਪੇਰੇ ਆਪਣੇ ਅਹਿਲਕਾਰ ਵੱਡੇ ਵਜ਼ੀਰਾਂ ਨੂੰ ਖੜੇ ਕਰਦਾ ਹੈ। ਉਹ ਕਹਿੰਦਾ, ਜਿਸ ਦਿਨ ਮੇਰੀ ਮੌਤ ਹੋਏਗੀ ਨਾ,
ਇੱਕ ਕੰਮ ਕਰਿਓ, ਮੇਰੇ ਜਨਾਜ਼ੇ ਨੂੰ, ਮੇਰੀ ਚਿਖਾ ਨੂੰ, ਜਦੋਂ ਤੁਸੀਂ ਮੇਰੇ ਤਨ ਨੂੰ, ਸਰੀਰ ਨੂੰ ਦਫਨਾਉਣ ਜਾਣਾ ਹੈ, ਮੇਰਾ ਜਨਾਜ਼ਾ ਜਦੋਂ ਲੈ ਕੇ ਚੱਲੋਗੇ, ਮੇਰੇ ਜਨਾਜ਼ੇ ਨੂੰ ਮੋਢਾ ਦੇਣ ਵਾਲੇ ਆਮ ਬੰਦੇ ਨਹੀਂ ਹੋਣਗੇ। ਮੇਰੇ ਜਨਾਜ਼ੇ ਨੂੰ ਮੋਢਾ ਦੇਣ ਵਾਲੇ ਮੇਰੇ ਇਸ ਮੁਲਕ ਦੇ ਜਿਹੜੇ ਸਭ ਤੋਂ ਵੱਡੇ ਵੈਦ ਹਕੀਮ ਨੇ, ਉਹ ਮੇਰੇ ਜਨਾਜ਼ੇ ਨੂੰ ਮੋਢਾ ਦੇਣਗੇ। ਵਜ਼ੀਰਾਂ ਨੇ ਪੁੱਛਿਆ ਵੀ ਐਸਾ ਕਿਉਂ? ਕਹਿਣ ਲੱਗਾ, ਮੈਂ ਦੁਨੀਆ ਨੂੰ ਇਹ ਦੱਸ ਦੇਣਾ ਚਾਹਨਾ ਕਿ ਸਿਕੰਦਰ ਕੋਲੋਂ ਦੁਨੀਆ ਦੇ ਸਭ ਤੋਂ ਵੱਡੇ ਵੈਦ ਹਕੀਮ ਸਨ, ਪਰ ਜਿੱਦਣ ਮੌਤ ਆਈ ਉਸ ਦਿਨ ਇਹ ਵੈਦ ਹਕੀਮ ਵੀ ਸਿਕੰਦਰ ਨੂੰ ਬਚਾ ਨਾ ਸਕੇ। ਭਾਵ ਇਹ ਕੱਚ ਦੀ ਤਰ੍ਹਾਂ ਭਾਂਡਾ ਭਜਣਾ ਹੈ। ਉਹਨੇ ਦੂਜੀ ਗੱਲ ਕਹੀ, ਕਹਿਣ ਲੱਗੇ, ਜਿਸ ਦਿਨ ਮੇਰਾ ਜਨਾਜ਼ਾ ਨਿਕਲੇ, ਦੁਨੀਆ ਦੀ तमाम ਜਿਹੜੀ ਦੌਲਤ ਮੈਂ ਇਕੱਠੀ ਕੀਤੀ ਹੈ, ਮੇਰੇ ਹੱਥ ਜਨਾਜ਼ੇ ਤੋਂ ਬਾਹਰ ਕੱਢ ਦਿਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਅੱਜ ਖਾਲੀ ਹੱਥ ਦੁਨੀਆ ਤੋਂ ਜਾ ਰਿਹਾ ਹੈ। ਮੈਂ ਸਿਰਫ ਇਸ ਕਰਕੇ ਬਚਨ ਸਾਧ ਸੰਗਤ ਗੱਲ ਸਮਝ ਵਿੱਚ ਆਏ, ਗੁਰੂ ਦਾ ਸ਼ਬਦ ਕੀਮਤੀ ਰਤਨ ਹੈ, ਜਿਸ ਹਿਰਦੇ ਵਿੱਚ ਟਿਕ ਜਾਏ, ਮੇਰੇ ਸਤਿਗੁਰ ਕਹਿੰਦੇ ਨੇ, ਉਹ ਹਿਰਦਾ ਵੀ ਅਮੋਲਕ ਹੋ ਜਾਂਦਾ ਹੈ। ਸੱਚ ਵਿੱਚ ਜੀਂਦਿਆਂ ਜੀ ਨਹੀਂ, ਉਹ ਸਰੀਰ ਕਰਕੇ ਚਲਾ ਜਾਏ ਤੇ ਉਹਦੀ ਸੰਸਾਰ ਵਿੱਚ ਕੀਮਤ ਤਾਂ ਵੀ ਕਦੀ ਘਟਦੀ ਨਹੀਂ। ਆਪਾਂ ਜਿਨ੍ਹਾਂ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਯਾਦ ਕਰਨੇ ਆ, ਵੇਖੋ ਬਾਬਾ ਕਬੀਰ ਸਾਹਿਬ ਜੀ ਤਕਰੀਬਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵਕਤ ਸੰਸਾਰ ਵਿੱਚ ਉਹਨਾਂ ਦੀ ਆਮਦ ਹੋਈ। 14ਵੀਂ ਸਦੀ ਦੀ ਆਮਦ ਉਹਨਾਂ ਦੀ ਹੈ ਤੇ 14ਵੀਂ ਸਦੀ ਦੀ ਆਮਦ ਗੁਰੂ ਨਾਨਕ ਸਾਹਿਬ ਜੀ ਦੀ ਹੈ। ਹਾਂ, ਜਨਮ ਦਾ ਫਰਕ ਹੈ, ਪਰ ਸੱਚ ਇਹ ਹੈ, ਬਾਬਾ ਕਬੀਰ ਸਾਹਿਬ ਜੀ ਦੇ ਵਕਤ ਦੇ ਅੰਦਰ ਕਿੰਨੇ ਐਸੇ ਬਾਦਸ਼ਾਹ ਹੋਣਗੇ, ਕਿੰਨੇ ਐਸੇ ਧਨਾੜ ਹੋਣਗੇ ਜਿਹੜੇ ਆਪਣੀ ਸਮਾਜ ਤੇ ਸੰਸਾਰ ਵਿੱਚ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਹੋਣਗੇ ਸਾਡੇ ਵਰਗਾ ਕੋਈ ਨਹੀਂ। ਪਰ ਧਿਆਨ ਦਿਆ ਜੇ ਅੱਜ ਉਹਨਾਂ ਨੂੰ ਹਿਸਟਰੀ ਵਿੱਚ ਲੱਭਣਾ ਹੋਵੇ ਤੇ ਹਿਸਟਰੀ ਨੂੰ ਫਰੋਲਣਾ ਪਏਗਾ। ਪਰ ਬਾਬਾ ਕਬੀਰ ਸਾਹਿਬ ਜੀ ਦੇ ਵਰਗਿਆਂ ਨੂੰ, ਜਿਨ੍ਹਾਂ ਨੇ ਨਾਮ ਜਪ ਕੇ ਆਪਣਾ ਹਿਰਦਾ ਅਮੋਲਕ ਕੀਤਾ ਹੈ, ਜਿਨ੍ਹਾਂ ਨੇ ਆਖਿਆ ਕਿਨਹੀ ਬਣਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ व्यापारी, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਪਰਮਾਤਮਾ ਦਾ ਹੀਰੇ ਵਰਗਾ ਨਾਮ ਉਹ ਮੇਰੇ ਹਿਰਦੇ ਵਿੱਚ ਵਸ ਗਿਆ। ਹੁਣ ਸੰਸਾਰ ਦੇ ਪ੍ਰਪੰਚ ਇਹਨਾਂ ਨੂੰ ਮੈਂ ਤਿਆਗ ਦਿੱਤਾ ਹੈ। ਹੁਣ ਬਾਬਾ ਕਬੀਰ ਸਾਹਿਬ ਜੀ ਨੂੰ ਯਾਦ ਕਰਨਾ ਹੋਵੇ ਤੇ ਹਿਸਟਰੀ ਨਹੀਂ ਫਰੋਲਣੀ ਪਏਗੀ। ਅੱਜ ਕਬੀਰ ਸਾਹਿਬ ਜੀ ਦੇ ਨਾਮ ਤੇ, ਉਹਨਾਂ ਦੀ ਰਸਨਾ ਤੋਂ ਨਿਕਲੇ ਅਮੋਲਕ ਸ਼ਬਦਾਂ ਤੇ ਅੱਜ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਅੰਦਰ PhD ਕਰਨ ਵਾਲੇ ਲੋਕ ਬੈਠੇ ਨੇ। ਪਰ ਉਸ ਸਮੇਂ ਦੀ ਹਕੂਮਤ ਨੂੰ ਮਾਨਣ ਵਾਲੇ ਬਾਦਸ਼ਾਹ, ਬੜੇ ਵੱਡੇ ਵੱਡੇ ਧਨਾੜ, ਜਿਨ੍ਹਾਂ ਨੂੰ ਮਾਇਆ ਪਦਾਰਥ ਵਸਤੂਆਂ ਤੇ ਮਾਣ ਹੋਏਗਾ, ਉਹਨਾਂ ਦੀ ਕੋਈ ਸੰਸਾਰ ਵਿੱਚ ਪਾਇਆ ਨਹੀਂ ਰਹੀ। ਉਹਨਾਂ ਨੂੰ ਲੱਭਿਆ ਵੀ ਲੱਭਿਆ ਨਹੀਂ ਜਾ ਸਕਦਾ। ਪਰ ਬਾਬਾ ਕਬੀਰ ਸਾਹਿਬ ਜੀ ਵਰਗੇ, ਮੈਂ ਇਸ ਕਰਕੇ ਬਚਨ ਕਹਿੰਦੇ ਵੀ ਸਾਹਿਬ ਕਹਿੰਦੇ ਨੇ ਰਤਨ ਹੈ ਗੁਰੂ ਕਾ ਸ਼ਬਦ। ਪਾਤਸ਼ਾਹ ਜੀ ਕਹਿੰਦੇ ਨੇ ਹੀਰੇ ਜਿਤ ਜੜਾਉ, ਇਹ ਸਤਿਗੁਰ ਕਹਿੰਦੇ ਨੇ ਮਾਨੋ ਇਹ ਉਹ ਰਤਨ ਹੈ ਜਿਸ ਹਿਰਦੇ ਦੇ ਅੰਦਰ ਇਹ ਟਿਕ ਜਾਏ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਹਿਰਦਾ ਇਸ ਤਰ੍ਹਾਂ ਬਣ ਜਾਂਦਾ ਹੈ ਜਿਵੇਂ ਪਾਤਸ਼ਾਹ ਜੀ ਕਹਿੰਦੇ ਨੇ ਬਾਹਰ ਮੁਖੀ ਕਿਸੇ ਚੀਜ਼ ਨੂੰ ਰਤਨਾਂ ਦੇ ਨਾਲ ਜੜ ਦਿੱਤਾ ਜਾਏ, ਉਹਦੀ ਖੂਬਸੂਰਤੀ ਉਨੀ ਵੱਧ ਜਾਂਦੀ ਹੈ। ਜਿਸ ਹਿਰਦੇ ਵਿੱਚ ਸਤਿਗੁਰ ਤੇਰਾ ਨਾਮ ਰੂਪੀ ਰਤਨ ਟਿਕ ਜਾਏ, ਉਹ ਹਿਰਦਾ ਵੀ ਇੰਨਾ ਖੂਬਸੂਰਤ ਹੋ ਜਾਂਦਾ ਹੈ। ਇੱਕ ਬਚਨ ਤੁਸੀਂ ਗੁਰੂ ਰਾਮਦਾਸ ਜੀ ਦਾ ਪੜ੍ਹਦੇ ਹੋ। ਸਾਹਿਬ ਜੀ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰੇ। ਪਾਤਸ਼ਾਹ ਕਹਿੰਦੇ ਨੇ ਗੁਰੂ ਦਾ ਸਾਗਰ ਰਤਨਾਂ ਨਾਲ ਭਰਿਆ ਹੋਇਆ। ਗੁਰੂ ਦਾ ਸਾਗਰ, ਸਾਗਰ ਭਾਵ ਗੁਰੂ ਦਾ ਸ਼ਬਦ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਪਰ ਜਿਹੜੇ ਅੰਮ੍ਰਿਤ ਨੇ ਉਹ ਗੁਰੂ ਦੇ ਪਿਆਰੇ ਸੰਤ ਜਨ ਇਹਦੇ ਅੰਦਰੋਂ ਚੁਗਦੇ ਨੇ। ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਇਹ ਉਹ ਚੁਗਣਗੇ ਜਿਨ੍ਹਾਂ ਦਾ ਪਿਆਰ ਬਣਿਆ, ਜਿਨ੍ਹਾਂ ਦੇ ਅੰਦਰ ਤਾਂਗ ਬਣੀ, ਜਿਨ੍ਹਾਂ ਨੇ ਖੋਜਣ ਦਾ ਯਤਨ ਕੀਤਾ ਹੈ, ਉਹਨਾਂ ਨੇ ਫਿਰ ਖੋਜਿਆ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਗੁਰੂ ਦੇ ਸ਼ਬਦ ਵਿੱਚ ਸਭ ਰਤਨ ਨੇ,
ਪਰ ਮਿਲਣਗੇ ਉਹਨੂੰ ਜਿਹੜਾ ਖੋਜੇਗਾ। ਜਿਹੜਾ ਖੋਜੇਗਾ ਉਹਨੂੰ ਪ੍ਰਾਪਤ ਹੋਣਗੇ। ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰ ਕਾ ਸ਼ਬਦ ਰਤਨ ਹੈ। ਗੁਰੂ ਦਾ ਉਪਦੇਸ਼ ਰਤਨਾ ਵਰਗਾ ਕੀਮਤੀ ਹੈ। ਹੀਰੇ ਜਿਤ ਜੜਾਉ। ਜਿਤ ਦਾ ਮਤਲਬ ਹੈ ਜਿਸ ਸ਼ਬਦ ਦੇ ਵਿੱਚ ਹੀਰੇ ਤਾਂ ਭਾਵੇਂ ਕੀਮਤੀ ਰਤਨ ਪ੍ਰਮਾਤਮਾ ਦੇ ਗੁਣ। ਸਾਹਿਬ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਵਿੱਚ ਇੱਕ ਇੱਕ ਗੁਣ ਮਾਨੋ ਕੀਮਤੀ ਰਤਨ ਜੜਿਆ ਹੋਇਆ ਹੈ। ਜਿਹੜਾ ਇਹਨਾਂ ਗੁਣਾਂ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ ਲੇ, ਉਹ ਹਿਰਦਾ ਕਿੰਨਾ ਕੀਮਤੀ ਹੋਏਗਾ। ਸਾਜੇ ਸਤਿਗੁਰੂ ਸਤਿਗੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਜੜਿਆ ਜਾਏ। ਸੱਚ ਵਿੱਚ ਗੁਰਮਖੋ ਆਪ ਜੀ ਇਤਿਹਾਸ ਪੜ੍ਹੋ, ਜਿਨ੍ਹਾਂ ਨੇ ਅੰਦਰ ਗੁਰੂ ਦੇ ਸ਼ਬਦ ਨਾਲ ਟਿਕਾਇਆ ਹੈ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸੀ। ਇਸ ਦਿੱਲੀ ਦੀ ਧਰਤੀ ਤੇ 100 ਸਿੱਖ ਰੋਜ਼ ਸ਼ਹੀਦ ਕੀਤਾ ਜਾਂਦਾ ਸੀ। ਇੱਕ ਮਾਂ ਨੇ ਆ ਕੇ ਫਰਕਸ਼ੀਰ ਦੇ ਦਰਬਾਰ ਅੰਦਰ ਅਰਜ਼ੋਈ ਕੀਤੀ ਸੀ ਕਿ ਮੇਰੇ ਬੱਚੇ ਨੂੰ ਜਿਹੜਾ ਭਰ ਜਵਾਨੀ ਵਿੱਚ ਅਜੇ ਉਹਦਾ ਹੁਣੇ ਵਿਆਹ ਹੋਇਆ ਹੈ, ਤੁਹਾਡੇ ਅਹਿਲਕਾਰਾਂ ਨੇ ਗਲਤੀ ਨਾਲ ਉਹਨੂੰ ਸਿੱਖਾਂ ਦੇ ਨਾਲ ਫੜ ਰਿਹਾ ਹੈ। ਉਹ ਸਿੱਖ ਨਹੀਂ, ਉਹਨੂੰ ਤੁਸੀਂ ਆਜ਼ਾਦ ਕਰ ਦਿਓ। ਫਰਕਸ਼ੀਰ ਇਸ ਗੱਲ ਦੀ ਭਾਲ ਵਿੱਚ ਸੀ ਵੀ ਇੰਨੇ ਦਿਨ ਹੋ ਗਏ ਨੇ, ਰੋਜ਼ ਮੈਂ 100 ਬੰਦਿਆਂ ਨੂੰ ਸ਼ਹੀਦ ਕਰਨਾ, ਪਰ ਇੱਕ ਵੀ ਐਸਾ ਨਹੀਂ ਜਿਹੜਾ ਡੋਲ ਜਾਏ। ਅੱਜ ਇਸ ਮਾਂ ਨੇ ਫਰਿਆਦ ਕੀਤੀ, ਚਲੋ ਕੋਈ ਤੇ ਹੈ, ਜੇਕਰ ਇੱਕ ਵੀ ਡੋਲ ਜਾਏ ਤੇ ਮੈਂ ਫਕਰ ਨਾਲ ਕਹਿ ਤੇ ਸਕਣਾ ਜੀ ਵੇਖੋ ਗੁਰੂ ਦਾ ਸਿੱਖ ਡੋਲ ਗਿਆ। ਮਾਂ ਨੇ ਜਦੋਂ ਫਰਿਆਦ ਕੀਤੀ, ਮਾਂ ਨੂੰ ਉਸ ਬੱਚੇ ਦੇ ਸਾਹਮਣੇ ਲੈ ਜਾਇਆ ਗਿਆ। ਮਾਂ ਬੱਚੇ ਨਾਲ ਗੁਫ਼ਤਗੂ ਕਰਦੀ ਏ, ਵਿਚਾਰ ਕਰਦੀ, ਬੇਟਾ ਤੂੰ ਛੱਡ ਦੇ, ਤੇਰੀ ਜਾਨ ਬਖਸ਼ੀ ਜਾਏਗੀ, ਤੂੰ ਮੇਰੇ ਜੀਵਨ ਦਾ ਸਹਾਰਾ ਹੈ। ਇੱਥੇ ਸਿਰਫ ਆਪਣੀ ਜ਼ੁਬਾਨ ਤੋਂ ਇੰਨਾ ਕਹਿ ਦੇ, ਮੈਂ ਸਿੱਖ ਨਹੀਂ, ਤੇਰੀ ਜਾਨ ਬਖਸ਼ੀ ਜਾਏਗੀ, ਤੂੰ ਬਾਹਰ ਜਾ ਕੇ ਫਿਰ ਗੁਰੂ ਨਾਲ ਆਪਣਾ ਪਿਆਰ ਪਾ ਲਈ, ਤੈਨੂੰ ਕੋਈ ਨਹੀਂ ਰੁਕਦਾ ਸਿੱਖ ਬਣਨ ਤੋਂ। ਉਸ ਬੱਚੇ ਨੇ ਇੱਕ ਗੱਲ ਕਹੀ ਸੀ, ਮਾਂ ਤੂੰ ਮੈਨੂੰ ਬਚਪਨ ਵਿੱਚ ਲੋਰੀਆਂ ਦੇ ਕੇ ਗੁਰੂ ਨਾਨਕ ਦੀਆਂ ਗੱਲਾਂ ਸੁਣਾਨੀ ਸੈਂ, ਤੂੰ ਮੈਨੂੰ ਕਹਿਨੀ ਸੈਂ ਤੇਰੇ ਗੁਰੂ ਨਾਨਕ ਸਾਹਿਬ ਜੀ ਦੇ ਆਹ ਗੁਣ ਨੇ, ਗੁਰੂ ਅਰਜਨ ਸਾਹਿਬ ਜੀ ਨੇ ਇਸ ਤਰ੍ਹਾਂ ਸ਼ਹਾਦਤ ਦਿੱਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦ ਇਸ ਤਰ੍ਹਾਂ ਸ਼ਹੀਦ ਹੋਏ। ਮਾਂ ਤੂੰ ਮੈਨੂੰ ਲੋਰੀਆਂ ਦੇ ਕੇ ਗੁਰੂ ਦੀਆਂ ਸਾਖੀਆਂ ਸੁਣਾ ਕੇ ਵੱਡਾ ਕੀਤਾ ਹੈ। ਅੱਜ ਤੂੰ ਕਹਿੰਦੀ ਹੈ ਮੈਂ ਗੁਰੂ ਤੋਂ ਮੁਨਕਰ ਹੋ ਜਾਵਾਂ। ਭਰੇ ਦਰਬਾਰ ਵਿੱਚ ਉਸ ਬੱਚੇ ਨੇ ਬੋਲ ਗਏ ਸਨ ਕਿ ਇਹ ਮੇਰੀ ਮਾਂ ਨਹੀਂ, ਮੈਂ ਇਹਦਾ ਬੱਚਾ ਨਹੀਂ। ਹੁਣ ਇਹ ਗੱਲ ਕੋਈ ਛੋਟੀ ਨਹੀਂ। ਜਿੰਦੇ ਅੰਦਰ ਇਹ ਪਿਆਰ ਬਣ ਜਾਏ, ਉਹਦਾ ਹਿਰਦਾ ਇੰਨਾ ਖੂਬਸੂਰਤ ਬਣ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ। ਜਿਸ ਮਨ ਵਿੱਚ ਇਹ ਸ਼ਬਦ ਰੂਪੀ ਰਤਨ ਟਿਕ ਜਾਏ, ਲਾਗਾ ਦਾ ਭਾਵੇ ਲੱਗ ਜਾਣਾ, ਟਿਕ ਜਾਣਾ, ਵਸ ਜਾਣਾ, ਇਹ ਹੋਆ ਸਮਾਓ। ਸਭ ਕਹਿੰਦੇ ਨੇ ਫਿਰ ਉਹ ਹਿਰਦਾ ਇਹ ਆਸ਼ਚਰਜਤਾ ਦੇ ਵਿੱਚ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹ ਹੋਆ ਸਮਾਓ। ਸਮਾਓ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਸਮਾ ਜਾਣਾ, ਲੀਨ ਹੋ ਜਾਣਾ। ਪਾਤਸ਼ਾਹ ਜੀ ਕਹਿੰਦੇ ਨੇ ਉਹ ਫਿਰ ਐਸੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਜਿਹਨੂੰ ਸਤਿਗੁਰ ਨੇ ਬਾਣੀ ਵਿੱਚ ਅਸ਼ਚਰਜ ਆਖਿਆ ਹੈ, ਹੈਰਾਨ ਕਰ ਦੇਣ ਵਾਲੀ ਅਵਸਥਾ। ਉੱਥੇ ਫਿਰ ਬੰਦਾ ਸੰਸਾਰ ਦੇ ਸਭ ਰਿਸ਼ਤਿਆਂ ਨਾਤਿਆਂ ਤੋਂ ਉੱਤੇ ਉੱਠ ਜਾਂਦਾ ਹੈ। ਜਿਵੇਂ ਬਚਨ ਆਪਾਂ ਸਾਂਝੇ ਕੀਤੇ ਇਤਿਹਾਸ ਵਿੱਚੋਂ, ਸੱਚ ਹੈ ਬਾਬਾ ਨਾਮਦੇਵ ਜੀ ਦੇ ਸਾਹਮਣੇ ਮਾਂ ਆ ਕੇ ਖੜੀ ਹੁੰਦੀ ਹੈ, ਕਹਿੰਦੀ ਨਾਮਦੇਵ ਤੂੰ ਰੱਬ ਕਹਿਣਾ ਛੱਡ, ਖੁਦਾ ਕਹਿ। ਰਾਮ ਕਹੇਗਾ ਤੇ ਤੈਨੂੰ ਮਾਰ ਦੇਣਗੇ, ਖੁਦਾ ਕਹੇਗਾ ਤੇ ਤੇਰੀ ਜਾਨ ਬਚ ਜਾਏਗੀ। ਜਿਹੜਾ ਕਰਮ ਕਹਿੰਦੇ ਨੇ ਕਰਨ ਨੂੰ ਕਰਕੇ ਦਿਖਾ ਦੇ। ਪਰ ਭਗਤ ਨਾਮਦੇਵ ਜੀ ਕਹਿੰਦੇ ਨੇ, ਮਾਤਾ ਜੀ ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਈ, ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਬੱਚਾ ਨਹੀਂ, ਤੂੰ ਮੈਨੂੰ ਰੱਬ ਕਹਿਣ ਤੋਂ ਰੋਕਣੀ ਹੈ। ਸੱਚ ਹੈ, ਸਤਿਗੁਰ ਕਹਿੰਦੇ ਨੇ ਜਿਹੜਾ ਹਿਰਦਾ ਰਤਨਾਂ ਨਾਲ ਭਰ ਜਾਏ ਉਹ ਅਸ਼ਚਰਜਤਾ ਦੇ ਵਿੱਚ ਸਮਾ ਜਾਂਦਾ ਹੈ। ਸ਼ਬਦ ਸੇਤੀ ਮਨ ਮਿਲਿਆ, ਉਹਦਾ ਮਨ ਸ਼ਬਦ ਦੇ ਵਿੱਚ ਮਿਲ ਜਾਂਦਾ ਹੈ। ਸ਼ਬਦ ਵਿੱਚ ਮਿਲਣ ਦਾ ਮਤਲਬ ਹੈ ਸ਼ਬਦ ਵਿੱਚ ਓਤ-ਪੋਤ ਹੋ ਜਾਣਾ। ਸ਼ਬਦ ਉਹਦੀ ਰਸਨਾ ਦੇ ਅੰਦਰੋਂ ਦੀ ਕਰਨੀ ਦੇ ਵਿੱਚੋਂ ਝਲਕਦਾ ਹੈ। ਉਹਦੇ ਜੀਵਨ ਦੇ ਹਰ ਕਰਮ ਦੇ ਵਿੱਚੋਂ ਫਿਰ ਸ਼ਬਦ ਦੀ ਝਲਕ ਪੈਂਦੀ, ਗੁਰੂ ਦੇ ਉਪਦੇਸ਼ ਦੀ ਝਲਕ ਪੈਂਦੀ ਹੈ। ਉਹਦਾ ਜੀਵਨ ਗੁਰੂ ਦੇ ਉਪਦੇਸ਼ ਨੂੰ ਪ੍ਰਣਾਇਆ ਜਾਂਦਾ ਹੈ। ਐਸਾ ਨਹੀਂ ਵੀ ਕਿਸੇ ਵਕਤ ਸਿਰਫ ਦੁਨਿਆਵੀ ਮਤਲਬ ਪੂਰਾ ਕਰਨ ਲਈ ਗੁਰੂ ਨਾਲ ਜੁੜਿਆ ਹੈ। ਸਾਧ ਸੰਗਤ
ਅਸੀਂ ਕਦੀ ਆਪਣੇ ਹਿਰਦਿਆਂ ਵੱਲ, ਆਪਣੇ ਵੱਲ ਝਾਤ ਮਾਰੀਏ। ਅਸੀਂ ਗੁਰੂ ਨੂੰ ਸਿਰਫ ਆਪਣੇ ਮਤਲਬ ਲਈ ਤੇ ਵਰਤਨੇ ਆ ਨਾ। ਕੋਈ ਕੰਮ ਕਰਵਾਉਣਾ ਹੈ, ਕੋਈ ਫੰਕਸ਼ਨ ਕਰਨਾ ਹੈ, ਕੋਈ ਧਰਮ ਦਾ ਕਰਮ ਕਰਨਾ ਹੈ, ਸਿਰਫ ਗੁਰੂ ਨੂੰ ਬਾਹਰ ਮੁਖੀ ਵਰਤਿਆ। ਸੱਚ ਵਿੱਚ ਗੁਰੂ ਦੇ ਸ਼ਬਦ ਨਾਲ, ਗੁਰੂ ਨਾਲ ਪ੍ਰੀਤ ਇੱਕ ਰਤਾ ਵੀ ਨਹੀਂ। ਜਿੰਨੇ ਕਰਮ ਨੇ, ਮੈਂ ਬੇਨਤੀ ਕਰਦਾ, ਮਾਫੀ ਪਹਿਲੋਂ ਤੁਹਾਡੇ ਚਰਨਾਂ ਵਿੱਚੋਂ ਮੰਗ ਲਵਾਂ, ਬੜੇ ਵਿਰਲੇ ਨੇ ਜਿਨ੍ਹਾਂ ਦੇ ਅੰਦਰ ਸੱਚਾ ਪਿਆਰ ਹੈ। ਨਹੀਂ ਤੇ ਬੰਦਾ ਕਹਿੰਦਾ ਜੀ ਬਸ ਸੰਸਾਰ ਦੇ ਕਰਮ ਕਰਨ ਦੇ ਲਈ ਗੁਰੂ ਨੂੰ ਵਰਤ ਲਓ, ਜਦੋਂ ਕਰਮ ਪੂਰਾ ਹੋ ਜਾਏ ਤੇ ਫਿਰ ਗੁਰੂ ਨੂੰ ਆਖੋ ਤੂੰ ਕੌਣ ਤੇ ਮੈਂ ਕੌਣ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸ਼ਬਦ ਸੇਤੀ ਮਨ ਮਿਲਿਆ। ਉਹਦਾ ਮਨ ਫਿਰ ਗੁਰੂ ਦੇ ਸ਼ਬਦ ਵਿੱਚ ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਸੱਚਾ ਲਾਇਆ ਭਾਉ, ਭਾਉ ਦਾ ਮਤਲਬ ਹੈ ਪ੍ਰੇਮ। ਸੱਚੇ ਮਾਲਕ ਅਕਾਲ ਪੁਰਖ ਦੇ ਨਾਮ ਨਾਲ ਜੁੜਨ ਕਰਕੇ ਪਰਮਾਤਮਾ ਅਕਾਲ ਪੁਰਖ ਨੇ ਉਹਦੇ ਅੰਦਰ ਆਪਣੇ ਨਾਮ ਦਾ ਪ੍ਰੇਮ ਪੈਦਾ ਕੀਤਾ ਹੈ। ਉਹਦੇ ਅੰਦਰ ਪਿਆਰ ਦੀ ਭਾਵਨਾ ਬਣ ਗਈ, ਭਾਉ ਬਣ ਗਿਆ। ਧਿਆਨ ਦੇਣਾ, ਬਾਬੇ ਨਾਨਕ ਦਾ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਪਾਤਸ਼ਾਹ ਕਹਿੰਦੇ ਨੇ, ਗਾਵੀਏ ਸੁਣੀਏ ਮਨ ਰੱਖੀਏ ਭਾਉ। ਗਾ ਵੀ ਸੁਣ ਵੀ, ਪਰ ਅਗਲੀ ਗੱਲ ਚੇਤੇ ਰੱਖੀ, ਗਾ ਸੁਣਿਆ ਤੇਰਾ ਸਿਰਫ ਰਸਨਾ ਤੱਕ ਨਾ ਰਹਿ ਜਾਏ, ਗਾਵੇ ਸੁਣੇ ਦੇ ਉੱਤੇ ਆਪਣਾ ਪਿਆਰ ਵੀ ਬਣਾ ਲਈ। ਕਿਉਂਕਿ ਜੇ ਗਾਵੇ ਸੁਣੇ ਤੇ ਪਿਆਰ ਬਣੇਗਾ, ਫਿਰ ਸਤਿਗੁਰ ਦੇ ਸ਼ਬਦ ਤੋਂ ਆਪਣੇ ਆਪ ਨੂੰ ਵਾਰ ਦੇਗਾ। ਤੇ ਜੇ ਪਿਆਰ ਨਹੀਂ, ਫਿਰ ਉਹ ਸਿਰਫ ਨਿਜ ਮਤਲਬ ਰਹਿ ਜਾਏਗਾ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ। ਫਿਰ ਸੱਚੇ ਦੇ ਨਾਲ ਇਹ ਸ਼ਬਦ ਭਾਉ ਪੈਦਾ ਕਰਦਾ ਹੈ, ਪ੍ਰੇਮ ਪੈਦਾ ਕਰਦਾ ਹੈ। ਆਪੇ ਹੀਰਾ ਰਤਨ ਆਪੇ, ਆਪ ਹੀ ਉਹ ਮਾਲਕ ਹੀਰਾ ਹੈ। ਉਹਦਾ ਅੰਮ੍ਰਿਤ ਉਪਦੇਸ਼ ਰਤਨ ਆਪੇ, ਆਪ ਹੀ ਉਹ ਕੀਮਤੀ ਰਤਨ ਹੈ, ਜਿਸ ਨੂੰ ਦੇ ਬੁਝਾਏ, ਜਿਹਨੂੰ ਇਹ ਸਮਝ ਆ ਜਾਏ ਕਿ ਸਤਿਗੁਰ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਜੁੜ ਕੇ ਫਿਰ ਪਾਤਸ਼ਾਹ ਕਹਿੰਦੇ ਨੇ ਉਹਨੂੰ ਸਮਝ ਪ੍ਰਤੀਤ ਆ ਜਾਂਦੀ ਵੀ ਉਹ ਆਪ ਹੀ ਰਤਨ ਹੈ, ਉਹ ਆਪ ਹੀ ਹੀਰਾ ਹੈ। ਭਾਵ ਉਹ ਕੀਮਤੀ ਜਵਾਹਰ ਵੀ ਆਪ ਹੈ, ਉਹ ਕੀਮਤੀ ਰਤਨ ਵੀ ਆਪ ਹੈ। ਉਹ ਰਤਨ ਦੇ ਅੰਦਰ ਵੀ ਆਪ ਸਮਾਇਆ ਹੈ, ਉਹ ਹੀਰਿਆਂ ਦੇ ਅੰਦਰ ਵੀ ਆਪ ਸਮਾਇਆ ਹੈ। ਉਹ ਕੀਮਤੀ ਰਤਨ ਵੀ, ਹਿਰਦਾ ਵੀ ਆਪ ਹੈ, ਅੰਦਰ ਸ਼ਬਦ ਰੂਪ ਦੇ ਵਿੱਚ ਸਮਾਇਆ ਹੋਇਆ ਕੀਮਤੀ ਹੀਰਾ ਵੀ ਆਪ ਹੈ। ਸਰੀਰ ਰੂਪੀ ਰਤਨ ਵੀ ਆਪ ਹੈ, ਅੰਦਰ ਹੀਰੇ ਰੂਪ ਵਿੱਚ ਸਮਾਇਆ ਵੀ ਆਪ ਹੈ, ਗੁਣਾ ਦੇ ਰੂਪ ਵਿੱਚ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਜਿਹਨੂੰ ਉਹ ਸਮਝ ਦੇ, ਬੂਝ ਦੇ, ਜਿੰਦੇ ਅੰਦਰ ਇਹ ਅੰਮ੍ਰਿਤ ਬਚਨਾਂ ਦੀ ਵਿਚਾਰ ਟਿਕ ਜਾਏ। ਜਿਹੜਾ ਗੁਰੂ ਦੇ ਸ਼ਬਦ ਨੂੰ ਅੰਦਰੋਂ ਸਮਝ ਲੈਂਦਾ ਹੈ। ਸੱਚ ਵਿੱਚ ਗੁਰਮੁਖੋ, ਅੰਮ੍ਰਿਤ ਬਾਣੀ ਸਮਝ ਦਾ ਵਿਸ਼ਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਗੋਸ਼ਟ ਕਰਦੇ ਨੇ, ਪਾਤਸ਼ਾਹ ਜੀ ਵਿਚਾਰ ਕਰਦੇ ਨੇ, ਸਿੱਧ ਆਪਣੇ ਅੰਦਰ ਦੀ ਵਿਅਥਾ ਦੱਸਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਪਾਤਸ਼ਾਹ ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਗੁਰਮਤਿ ਦੇ ਵਿੱਚ। ਗੁਰਬਾਣੀ ਦੇ ਵਿੱਚ ਉਹ ਸਾਰੇ ਸਵਾਲ ਜਵਾਬ ਦਰਜ ਨੇ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਵੀ ਸਤਿਗੁਰ ਕਹਿੰਦੇ ਨੇ, ਜਿਸ ਨੂੰ ਦੇ ਬੁਝਾਏ। ਅਸੀਂ ਕਦੀ ਗੁਰੂ ਦੇ ਚਰਨ ਵਿੱਚ ਬਹਿ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਮਝਣ ਦਾ ਯਤਨ ਤੇ ਕਰੀਏ। ਬਸ ਬਾਹਰਮੁਖੀ ਸਾਡੀ ਨਾ ਦੌੜ ਹੈ ਗੁਰਮੁਖੋ, ਬਾਹਰਮੁਖੀ ਪਾਠ, ਬਾਹਰਮੁਖੀ ਜਪ, ਬਾਹਰਮੁਖੀ ਤਪ। ਅੰਦਰੋਂ ਅਸੀਂ ਗੁਰੂ ਦੇ ਨਾਲ ਨਾ ਕੱਲ ਜੁੜੇ ਸਨ, ਨਾ ਅੱਜ ਜੁੜਿਆ, ਨਾ ਜੁੜਨਾ ਚਾਹੁੰਦੇ ਹਾਂ। ਅੰਦਰੋਂ ਜੁੜਾਂਗੇ ਤੇ ਸੱਚ ਵਿੱਚ ਬਹੁਤ ਕੁਝ ਜਿੰਦਾ ਤਿਆਗ ਕਰਨਾ ਪਏਗਾ। ਸੰਸਾਰਿਕ ਤਲ ਤੇ ਬੰਦਾ ਉਹਦਾ ਤਿਆਗ ਕਰਨਾ ਨਹੀਂ ਚਾਹੁੰਦਾ। ਸੱਚ ਇਹ ਹੈ, ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਲੈਣੀਆਂ ਬੜੀਆਂ ਸੌਖੀਆਂ ਨੇ, ਪਰ ਗੁਰੂ ਦੇ ਸ਼ਬਦ ਨੂੰ ਪਰਨਾਏ ਜਾਣਾ ਬਹੁਤ ਔਖਾ ਹੈ। ਇਹੀ ਕਾਰਨ ਹੈ ਜਿਹੜੇ ਸੱਚ ਵਿੱਚ ਹਕੂਮਤਾਂ ਕਰਦੇ ਨੇ ਤਖਤਾਂ ਤੇ ਬਹਿ ਕੇ, ਹਕੀਕਤ ਇਹ ਉਹ ਅੰਦਰੋਂ ਇੰਨੇ ਕੁ ਸਖਣੇ ਤੇ ਖਾਲੀ ਹੁੰਦੇ ਨੇ। ਦੂਜਿਆਂ ਨੂੰ ਉਪਦੇਸ਼ ਕਰਨ ਵਾਲਾ ਆਪ ਅੰਦਰੋਂ ਖਾਲੀ ਤੇ ਸਖਣਾ ਹੁੰਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਨਹੀਂ, ਜਿਹਨੂੰ ਸਤਿਗੁਰ ਜੀ ਸੂਝ ਦੇ ਦੇ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਸਰੀਰ ਰੂਪੀ ਰਤਨ ਵੀ ਆਪ ਹੈ, ਹੀਰਾ ਸ਼ਬਦ ਵੀ ਆਪ ਹੈ, ਤੇ ਸ਼ਬਦ ਦੇ ਰਾਹੀਂ ਜਦੋਂ ਕੋਈ ਗੁਣਾ ਵਿੱਚ ਸਮਾ ਜਾਂਦਾ ਫਿਰ ਹੀਰਾ ਵੀ ਆਪ ਹੈ। ਆਪੇ ਸ਼ਾਹ ਸ਼ਰਾਫ ਰਤਨ ਹੀਰਾ। ਪਾਤਸ਼ਾਹ ਕਹਿੰਦੇ ਨੇ, ਆਪ ਹੀ ਸ਼ਾਹ ਹੈ, ਆਪ ਹੀ ਸ਼ਰਾਫ ਹੈ। ਸ਼ਰਾਫ ਦਾ ਮਤਲਬ ਹੈ ਉਹ ਜਿਹੜਾ ਜੋੜੀ ਦੁਕਾਨ ਤੇ ਬੈਠਾ ਹੀਰਿਆਂ ਦੀ ਪਰਖ ਕਰਦਾ ਹੈ।
ਆਪੇ ਸ਼ਾਹ ਸਰਾਫ ਹੈ ਹੀਰਾ, ਆਪੇ ਰਤਨ ਅਪਾਰਾ, ਆਪ ਹੀ ਅਮੋਲਕ ਰਤਨ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾ ਹੈ ਨਾਨਕ ਜੀ। ਇਹ ਆਖ ਗੁਰੂ ਦਾ ਸ਼ਬਦ ਜਿਹੜਾ ਉਹ ਕੀਮਤੀ ਰਤਨ ਹੈ। ਇੱਕ ਇੱਕ ਗੁਣ ਗੁਰੂ ਦਾ ਕੀਮਤੀ ਰਤਨਾਂ ਦੀ ਤਰ੍ਹਾਂ ਹੈ, ਹੀਰਿਆਂ ਦੀ ਤਰ੍ਹਾਂ ਹੈ, ਜਿਹੜਾ ਸਤਿਗੁਰ ਦੇ ਸ਼ਬਦ ਦੇ ਵਿੱਚ ਜੜਿਆ ਹੋਇਆ ਹੈ। ਤੋ ਗੁਰੂ ਦੇ ਸ਼ਬਦ ਨਾਲ ਆਪਣੀ ਸਾਂਝ ਪਾ, ਵੇਖ ਗੁਰੂ ਦਾ ਇੱਕ ਇੱਕ ਗੁਣ ਕੀਮਤੀ ਹੀਰਿਆਂ ਦੀ ਤਰ੍ਹਾਂ ਹੈ। ਜਿਸ ਵੇਲੇ ਇਹ ਹੀਰੇ ਗੁਣ ਤੇਰੇ ਹਿਰਦੇ ਵਿੱਚ ਟਿਕ ਜਾਣਗੇ, ਤੇਰਾ ਹਿਰਦਾ ਇੰਨਾ ਕੁ ਗੁਣਾਂ ਨਾਲ ਭਰ ਜਾਏਗਾ, ਇੰਨਾ ਕੁ ਵਿਸ਼ਾਲ ਬਣ ਜਾਏਗਾ, ਇੰਨਾ ਕੁ ਤੂੰ ਗੁਣਾਂ ਦੇ ਵਿੱਚ ਸਮਾ ਜਾਏਗਾ ਕਿ ਸੱਚ ਵਿੱਚ ਦੁਨੀਆ ਦੇ ਤਖਤੇ ਤੇ, ਸੰਸਾਰ ਦੇ ਤਖਤੇ ਤੇ ਤੂੰ ਫਿਰ ਕਦੀ ਵੀ ਦੁਨਿਆਵੀ ਤਲ ਤੇ, ਆਤਮਿਕ ਤੌਰ ਤੇ ਤੂੰ ਕਦੀ ਵੀ ਸੰਸਾਰ ਵਿੱਚੋਂ ਫਿਰ ਮਰੇਗਾ ਨਹੀਂ। ਗੁਰੂ ਦਾ ਸ਼ਬਦ ਤੈਨੂੰ ਸਦਾ ਲਈ ਇਹ ਕੀਮਤੀ ਬਣਾ ਦੇਗਾ। ਮਰਨ ਤੋਂ ਬਾਅਦ ਵੀ ਇਸ ਸੰਸਾਰ ਦੇ ਅੰਦਰ ਉਹਨਾਂ ਦੀ ਜੈ ਜੈਕਾਰ, ਉਹਨਾਂ ਦੀ ਵਡਿਆਈ ਹੁੰਦੀ ਏ ਜਿਨ੍ਹਾਂ ਦੇ ਅੰਦਰ ਇਹ ਕੀਮਤੀ ਰਤਨ ਟਿਕ ਜਾਣ। ਜਿਹੜੇ ਬਾਹਰੀ ਦਿਖਾਵੇ ਕਰਦੇ ਨੇ ਸਾਧ ਸੰਗਤ, ਉਹ ਤੇ ਜੀਂਦਿਆਂ ਜੀ ਜੇਲਾਂ ਦੇ ਅੰਦਰ ਡੱਕ ਦਿੱਤੇ ਜਾਂਦੇ ਨੇ। ਖੈਰ ਸਤਿਗੁਰ ਕਿਰਪਾ ਕਰਨ, ਆਪਣੇ ਨਾ ਅਮੋਲਕ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ ਕਿ ਗੁਰੂ ਦਾ ਸ਼ਬਦ ਕੀਮਤੀ ਰਤਨ ਹੈ ਔਰ ਇੱਕ ਇੱਕ ਗੁਣ ਗੁਰੂ ਦਾ ਹੀਰਿਆਂ ਦੀ ਤਰ੍ਹਾਂ ਹੈ। ਇਹ ਗੁਰੂ ਕੇ ਸਿੱਖਾ, ਇਸ ਕੀਮਤੀ ਰਤਨ ਸ਼ਬਦ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ, ਫਿਰ ਤੇਰਾ ਲੋਕ ਵੀ ਸੁਖੀਆ ਤੇ ਪਰਲੋਕ ਵੀ ਸੁਹੇਲੇ ਹੋ ਜਾਣਗੇ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ।